TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਦੰਗਲ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਆਪਣਾ ਇਹ ਵਿਸ਼ੇਸ਼ ਪ੍ਰੋਗਰਾਮ ਇਸ ਕਰਕੇ ਹੈ ਕਿਉਂਕਿ ਅੱਜ ਦੇ ਦਿਨ ਤੋਂ ਬਾਅਦ ਕੱਲ ਨੂੰ ਤੁਸੀਂ ਕਿਸ ਪਾਰਟੀ ਦੇ ਹੱਕ ਵਿੱਚ ਭੁਗਤਣਾ, ਕਿਹਦੇ ਵਿਰੋਧ ਵਿੱਚ ਭੁਗਤਣਾ, ਕਿਹੜਾ ਉਮੀਦਵਾਰ ਤੁਹਾਨੂੰ ਚੰਗਾ ਲੱਗਦਾ ਸੀ, ਕਿਹੜਾ ਉਮੀਦਵਾਰ ਮੰਦਾ ਲੱਗਦਾ ਸੀ, ਕਿਹਦੀਆਂ ਨੀਤੀਆਂ ਤੁਹਾਨੂੰ ਚੰਗੀਆਂ ਲੱਗੀਆਂ, ਉਹਦੇ ਹੱਕ ਵਿੱਚ ਤੁਸੀਂ ਭੁਗਤ ਜਾਣਾ ਹੈ। ਪਰ ਉਹਦੇ ਤੋਂ ਪਹਿਲਾਂ ਹਰ ਇੱਕ ਵੋਟਰ ਆਪਣੇ ਆਪ ਨੂੰ ਆਹ ਸਵਾਲ ਜ਼ਰੂਰ ਕਰੇ, ਕਿਉਂਕਿ ਪ੍ਰੋਗਰਾਮ ਚੋਣ ਦੰਗਲ ਕਿਸ਼ਤ ਨੰਬਰ 26 ਦੇ ਵਿੱਚ ਮੈਂ ਤੁਹਾਨੂੰ ਕੁਝ ਅੰਕੜੇ ਦਿੱਤੇ ਸੀ ਕਿ ਇੰਡੈਕਸ ਦੇ ਵਿੱਚ ਪੰਜਾਬ ਕਿੱਥੇ ਖੜਾ ਹੈ। ਲਗਭਗ 2-3 ਦਹਾਕੇ ਪਹਿਲਾਂ ਪੰਜਾਬ ਕਿੱਥੇ ਖੜਾ ਸੀ। ਲਗਭਗ ਸਥਾਨ ਹਰ ਇੱਕ ਇੰਡੈਕਸ ਦੇ ਉੱਤੇ ਪਹਿਲੇ ਸਥਾਨ ਤੇ ਸੀ, ਖਿਸਕਦਾ ਲਗਭਗ ਆਖਰੀ ਥਾਵਾਂ ਵੱਲ ਨੂੰ ਵਧ ਰਿਹਾ ਹੈ। ਜੇਕਰ ਕਿਸੇ ਨੇ ਉਹ ਪ੍ਰੋਗਰਾਮ ਵੇਖਿਆ ਸੁਣਿਆ ਨਹੀਂ, ਕਿਰਪਾ ਕਰਕੇ ਜ਼ਰੂਰ ਵੇਖ ਸੁਣ ਰਿਓ ਤਾਂ ਕਿ ਵੋਟ ਪਾਉਣ ਤੋਂ ਪਹਿਲਾਂ, ਵੋਟ ਕਾਸਟ ਕਰਨ ਤੋਂ ਪਹਿਲਾਂ ਤੁਹਾਨੂੰ ਬਿਹਤਰ ਤਰੀਕੇ ਨਾਲ ਸਮਝ ਆ ਸਕੇ ਕਿ ਪੰਜਾਬ ਦੀ ਆਹ ਦਰਦਨਾਕ ਸਥਿਤੀ ਦੇ ਵਾਸਤੇ ਕੌਣ-ਕੌਣ ਜ਼ਿੰਮੇਵਾਰ। ਪਰ ਉਹ ਪ੍ਰੋਗਰਾਮ ਜੇ ਨਹੀਂ ਵੇਖਿਆ ਤਾਂ ਆਹ ਪ੍ਰੋਗਰਾਮ ਹੋ ਸਕਦਾ ਹੈ ਤੁਹਾਨੂੰ ਆਪਣੇ ਆਪ ਨੂੰ ਕੁਝ ਸਵਾਲ ਕਰਨ ਵਾਸਤੇ ਪ੍ਰੇਰਿਤ ਕਰੇ। ਤੇ ਸਵਾਲ ਕਿਹੜੇ ਨੇ? ਸਵਾਲ ਇਹ ਨੇ ਕਿ ਅੱਜ ਜੋ ਪੰਜਾਬ ਜਿੱਥੇ ਕੁ ਖੜਾ ਹੈ, ਦਲਦਲ 'ਚ ਖੜਾ ਹੈ, ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਦੌੜ ਰਹੀ ਹੈ, ਪੰਜਾਬ ਦੀ ਜਵਾਨੀ ਨਸ਼ਿਆਂ ਵਾਲੇ ਰਾਹ ਤੁਰ ਰਹੀ ਹੈ, ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਕਿਸਾਨ ਕਿਉਂ ਖੁਦਕੁਸ਼ੀਆਂ ਕਰ ਰਿਹਾ ਹੈ? ਕਿ ਸੱਚਮੁੱਚ ਸਾਰੇ ਲੀਡਰ ਹੀ ਜ਼ਿੰਮੇਵਾਰ ਨੇ? ਕਿ ਸਾਰੀ ਜ਼ਿੰਮੇਵਾਰੀ ਉਹਨਾਂ ਸਿਰ ਮੜੀ ਜਾ ਸਕਦੀ ਹੈ? ਕੀ ਉਹਨਾਂ ਨੂੰ ਵਾਰ-ਵਾਰ ਅਸੀਂ ਚੁਣਿਆ ਜਾਂ ਬਗੈਰ ਵੋਟਾਂ ਵਿੱਚ ਖੜਿਆਂ, ਬਗੈਰ ਵੋਟਾਂ ਪਈਆਂ ਤੋਂ ਉਹ ਲੀਡਰ ਚੁਣੇ ਗਏ? ਪੰਜਾਬ ਨੂੰ ਵਾਰ-ਵਾਰ ਲੰਬੇ ਸਮੇਂ ਤੱਕ ਲੁੱਟਣ ਦਾ ਮੌਕਾ ਉਹਨਾਂ ਨੂੰ ਦਿੱਤਾ ਕਿਹਨੇ? ਸਿਆਸਤਦਾਨ ਝੂਠ ਬੋਲਦੇ ਨੇ, ਸਿਆਸਤਦਾਨ ਕੁਫਰ ਤੋਲਦੇ ਨੇ, ਸਿਆਸਤਦਾਨ ਵੋਟਾਂ ਵੇਲੇ ਆਪਣੇ ਮਹਿਲਾਂ ਚੋਂ ਬਾਹਰ ਨਿਕਲਦੇ ਨੇ। ਮੰਨ ਲੈਂਦੇ ਹਾਂ ਕਿ ਇੱਕ ਵਾਰ ਤੁਹਾਨੂੰ ਉਹਨਾਂ ਦਾ ਤਸੀਰ ਕਿਹੋ ਜਿਹੀ, ਉਹਨਾਂ ਦੇ ਝਾਂਸੇ ਦਾ ਪਤਾ ਨਹੀਂ ਲੱਗਿਆ, ਪਰ ਵਾਰ-ਵਾਰ ਤੁਸੀਂ ਠੱਗੇ ਜਾਂਦੇ ਹੋ ਤਾਂ ਸਵਾਲ ਤਾਂ ਕਰਨਾ ਬਣਦਾ ਹੈ ਕਿ ਵਾਰ-ਵਾਰ ਵਿਸ਼ਵਾਸ ਤੁਸੀਂ ਉਹਨਾਂ ਲੋਕਾਂ ਤੇ ਕਿਵੇਂ ਕਰ ਸਕਦੇ ਹੋ ਜਿਹੜੇ ਤੁਹਾਨੂੰ ਠੱਗਦੇ ਤੇ ਮੁੜ ਕੇ ਤੁਹਾਡੀ ਬਾਤ ਨਹੀਂ ਪੁੱਛਦੇ। ਇਹ ਸਵਾਲ ਆਪਣੇ ਆਪ ਨੂੰ ਜ਼ਰੂਰ ਕਰਿਓ। ਇੱਕ ਸਵਾਲ ਆ ਵੀ ਆਪਣੇ ਆਪ ਨੂੰ ਜ਼ਰੂਰ ਕਰਿਓ, ਤੁਹਾਡੇ ਵਿੱਚੋਂ ਬਹੁਤੇ ਅਮੀਰ ਨਹੀਂ ਹੋਣੇ, ਆਪਣੇ ਵਰਗੇ ਸਾਰੇ ਮੱਧ ਵਰਗੀ ਹੋਣਗੇ ਜਾਂ ਗਰੀਬ ਹੋਣਗੇ, ਕਿਸਾਨ ਹੋਣਗੇ, ਮਜ਼ਦੂਰ ਹੋਣਗੇ, ਜਾਂ ਕੋਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਪੇਸ਼ੇ ਵਾਲੇ ਹੋਣਗੇ। ਹੁਣ ਇਸ ਗੱਲ ਦਾ ਤੁਹਾਨੂੰ ਸਾਰਿਆਂ ਨੂੰ ਇਲਮ ਹੈ ਕਿ ਜੇਕਰ ਇੱਕ ਚੰਗੀ ਫਸਲ ਬੀਜਣੀ ਹੈ, ਤਾਂ ਚਲੋ ਫਸਲ ਤੋਂ ਪਹਿਲਾਂ ਆਪਾਂ ਇੱਕ ਹੋਰ ਗੱਲ ਕਰ ਲੈਂਦੇ ਹਾਂ ਕਿ ਜੇਕਰ ਚੰਗੇ ਨੰਬਰ ਲੈਣੇ ਨੇ ਤਾਂ ਤੁਹਾਨੂੰ ਪੜ੍ਹਨਾ ਵੀ ਪਊ, ਇਮਤਿਹਾਨ ਤੋਂ ਪਹਿਲਾਂ ਤਿਆਰੀ ਵੀ ਕਰਨੀ ਪਊ। ਤਿਆਰੀ ਵੀ ਪੂਰੀ ਹੈ, ਪੜ੍ਹੇ ਵੀ ਪੂਰੇ ਹੋ, ਪਰ ਫਿਰ ਚੰਗੀ ਕੋਈ ਕਲਮ ਜਾਂ ਕੋਈ ਪੈਨ ਵੀ ਲੈ ਜਾਣਾ ਪਊ। ਜੇ ਸਾਰਾ ਕੁਝ ਹੋਣ ਦੇ ਬਾਵਜੂਦ ਕਲਮ ਪੈਨ ਨਹੀਂ ਤਾਂ ਵੀ ਰਹਿ ਗਿਆ ਕੰਮ। ਇੱਕ ਚੰਗਾ ਮਾਹੌਲ ਵੀ ਲੈਣਾ ਪਊਗਾ ਪੜ੍ਹਨ ਵਾਸਤੇ। ਜੇ ਇਹਦੇ ਵਿੱਚੋਂ ਕਿਸੇ ਇੱਕ ਚੀਜ਼ ਦੀ ਵੀ ਕਮੀ ਹੈ ਤਾਂ ਨਤੀਜੇ ਤੁਹਾਡੇ ਚੰਗੇ ਨਹੀਂ ਆ ਸਕਦੇ। ਹੁਣ ਆਪਾਂ ਗੱਲ ਫਸਲ ਦੀ ਕਰ ਲੈਂਦੇ ਹਾਂ। ਤੁਹਾਨੂੰ ਪਤਾ ਹੈ ਕਿ ਜੇਕਰ ਚੰਗੀ ਫਸਲ ਤੇ ਉਹਦਾ ਝਾੜ ਲੈਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੇ ਖੇਤ ਦਾ ਹੋਣਾ, ਜ਼ਮੀਨ ਦਾ ਹੋਣਾ ਲਾਜ਼ਮੀ ਹੈ। ਫਿਰ ਉਹਦੀ ਵਾਹੀ ਕੀਤੀ ਜਾਣੀ ਲਾਜ਼ਮੀ ਹੈ। ਫਿਰ ਚੰਗਾ ਬੀਜ ਹੋਣਾ ਲਾਜ਼ਮੀ ਹੈ। ਫਿਰ ਜੇ ਚੰਗਾ ਬੀਜ ਵੀ ਬੀਜ ਦਿੱਤਾ, ਫਿਰ ਉਹਦਾ ਇੱਕ ਚੰਗਾ ਮਾਲੀ, ਇੱਕ ਚੰਗਾ ਰਖਵਾਲਾ ਹੋਣਾ ਲਾਜ਼ਮੀ ਹੈ। ਇਸੇ ਤਰੀਕੇ ਨਾਲ ਤੁਹਾਡਾ ਲੀਡਰ ਉਦੋਂ ਹੀ ਚੰਗਾ ਹੋਣਾ ਹੈ ਜੇਕਰ ਵੋਟਰ ਉਹਨੂੰ ਸਮਝਦਾ ਹੋਵੇ ਤੇ ਉਹ ਵੋਟਰ ਨੂੰ ਸਮਝਦਾ ਹੋਵੇ। ਜੇਕਰ ਲੀਡਰ ਦੇ ਨਾਲ ਨਾਲ ਵੋਟਰ ਚੰਗਾ ਹੋਊ ਤਾਂ ਫਿਰ ਹੀ ਨਤੀਜੇ ਸਾਰਥਕ ਨਿਕਲਣੇ ਹੈ। ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਜੇਕਰ ਕਿਸੇ ਕਿਸਾਨ ਦੀ ਇੱਕ ਫਸਲ ਮਰ ਜੇ ਨਾ, ਉਹ ਕਈ ਵਾਰੇ ਤਾਬ ਨਹੀਂ ਆਉਂਦਾ। ਆ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਗਣਾਈਆਂ ਨੇ, ਹੁਣ ਮੰਨ ਲਓ ਫਸਲ ਬੀਜ ਦਿੱਤੀ ਤੁਸੀਂ, ਜੇ ਜ਼ਮੀਨ ਮਾੜੀ ਸੀ ਤਾਂ ਵੀ ਝਾੜ ਚੰਗਾ ਨਹੀਂ ਹੋਣਾ, ਜੇ ਚੰਗੀ ਤਰ੍ਹਾਂ ਵਾਹੀ ਨਹੀਂ ਤਾਂ ਵੀ ਝਾੜ ਚੰਗਾ ਨਹੀਂ ਹੋਣਾ, ਜੇ ਬੀਜ ਚੰਗਾ ਨਹੀਂ ਸੀ ਤਾਂ ਵੀ ਝਾੜ ਚੰਗਾ ਨਹੀਂ ਹੋਣਾ, ਜੇ ਸਮੇਂ ਸਿਰ ਉਹਨੂੰ ਪਾਣੀ ਜਾਂ ਖਾਦ ਨਹੀਂ ਪਾਈ ਤਾਂ ਵੀ ਝਾੜ ਚੰਗਾ ਨਹੀਂ ਹੋਣਾ। ਜੇ ਸਾਰਾ ਕੁਝ ਠੀਕ ਸੀ, ਤੁਸੀਂ ਉਹਦੀ ਰਖਵਾਲੀ ਨਾ ਕੀਤੀ ਤਾਂ ਲੋਕ ਹੀ ਵੱਢ ਕੇ ਲੈ ਜਾਣਗੇ, ਫਸਲਾਂ ਨੂੰ ਅਵਾਰਾ ਪਸ਼ੂ ਉਜਾੜ ਦੇਣਗੇ। ਇਹਨਾਂ ਦੇ ਵਿੱਚੋਂ ਇੱਕ ਵੀ ਚੀਜ਼ 'ਚ ਕਮਜ਼ੋਰੀ ਰਹਿ ਗਈ ਨਾ, ਫਸਲ ਨਹੀਂ ਚੰਗੀ ਹੁੰਦੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮੈਂ ਇੱਕ ਫਸਲ ਦੀ ਉਦਾਹਰਨ ਦਿੱਤੀ ਹੈ, ਇਮਤਿਹਾਨ ਦੀ ਉਦਾਹਰਨ ਦਿੱਤੀ ਹੈ
ਕਿ ਬੀਤੇ ਤਕਰੀਬਨ 70 ਵਰਿਆਂ ਤੋਂ ਤੁਸੀਂ ਲੀਡਰਾਂ ਨੂੰ ਚੁਣਦੇ ਆ ਰਹੇ ਹੋ ਕਿ ਲੀਡਰ ਚੰਗੇ ਨਹੀਂ ਮਿਲਣੇ ਜਾਂ ਸਾਨੂੰ ਚੰਗਿਆਂ ਨੂੰ ਚੁਣਨਾ ਨਹੀਂ ਆਇਆ। ਕੀ ਵੋਟਾਂ 70 ਸਾਲ 'ਚ ਮੁੜ ਕੇ ਕਦੇ ਪਈਆਂ ਹੀ ਨਹੀਂ, ਜਾਂ ਵਾਰ-ਵਾਰ 5 ਸਾਲਾਂ ਤੋਂ ਬਾਅਦ ਅਸੀਂ ਵੋਟਾਂ ਪਾਉਂਦੇ ਆ, ਜੇ ਲੀਡਰ ਨਹੀਂ ਸੁਧਰੇ ਤਾਂ ਅਸੀਂ ਵੀ ਨਹੀਂ ਸੁਧਰੇ। ਕਿਸਾਨੀ ਸੰਘਰਸ਼ 382 ਦਿਨ ਦਿੱਲੀ ਦੀਆਂ ਸਰਹੱਦਾਂ ਤੇ ਚੱਲਦਾ ਰਿਹਾ, ਉਹਦੇ ਨਾਲ ਫਰਕ ਕੁਝ ਜ਼ਰੂਰ ਨਜ਼ਰ ਆਇਆ। ਵੋਟਰਾਂ ਨੇ ਉਮੀਦਵਾਰਾਂ ਨੂੰ, ਉਹਨਾਂ ਦੇ ਸਮਰਥਕਾਂ ਨੂੰ ਕੁਝ ਸਵਾਲ ਜ਼ਰੂਰ ਪੁੱਛੇ ਨੇ, ਪਰ ਉਹਨਾਂ ਸਵਾਲਾਂ ਦੇ ਬਾਵਜੂਦ ਚੋਣ ਮੁੱਦੇ ਜਿਹੜੇ ਅਸਲ ਸੀ, ਮੁੱਦਿਆਂ ਦੀ ਗੱਲ ਤਾਂ ਫੇਰ ਗਾਇਬ ਰਹੀ ਹੈ। ਤੁਸੀਂ ਆਪਣੇ ਆਪ ਨੂੰ ਇਹ ਸਵਾਲ ਕਰੋ ਕਿ ਜਿਹੜਾ ਬੰਦਾ ਅੱਜ ਤੋਂ 5 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਤੁਹਾਡੀਆਂ ਬਰੂਹਾਂ ਤੇ ਆਇਆ ਸੀ ਵੋਟਾਂ ਮੰਗਣ, ਉਹ ਕਿਸੇ ਦੀ ਕਾਰ 'ਚ ਆਇਆ ਹੋਣਾ, ਸਕੂਟਰ ਮੋਟਰਸਾਈਕਲ ਤੇ ਆਇਆ ਹੋਣਾ, ਜਾਂ ਜਿਹੜੇ ਸ਼ਹਿਰ ਜਾਂ ਪਿੰਡ ਦਾ ਸੀ ਉੱਥੇ ਟੁੱਟੇ ਜੇ ਸਾਈਕਲ ਤੇ ਜਾਂ ਟੁੱਟੇ ਜੇ ਸਕੂਟਰ ਮੋਟਰਸਾਈਕਲ ਤੇ ਫਿਰਦਾ ਹੋਣਾ। ਅੱਜ ਉਹ ਕਰੋੜਪਤੀ ਜਾਂ ਅਰਬਪਤੀ ਕਿਵੇਂ ਬਣ ਗਿਆ? ਹੋ ਸਕਦਾ ਕਿ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਵੀ ਜਿਹੜੇ ਘਰ 'ਚ ਰਹਿੰਦੇ ਸੀ ਅੱਜ ਵੀ ਉੱਥੇ ਹੀ ਖੜੇ ਹੋ ਸਕਦਾ ਮੁੜ ਕੇ ਕਲੀ ਜਾਂ ਰੰਗ ਵੀ ਨਾ ਕਰਵਾਇਆ ਜਾ ਸਕਿਆ ਹੋਵੇ, ਪਰ ਉਹ ਚੋਣ ਜਿੱਤਣ ਤੋਂ ਬਾਅਦ ਤੁਹਾਡੀ ਸਾਰ ਲੈਣ ਨਹੀਂ ਆਇਆ ਤੇ ਉਹ ਤਾਂ ਵਪਾਰ ਕਰਦਾ ਰਿਹਾ, ਉਹ ਤਾਂ ਇੱਕ ਟੁੱਟੇ ਸਾਈਕਲ ਤੋਂ ਕਰੋੜਪਤੀ ਬਣ ਗਿਆ, ਪਰ ਤੁਸੀਂ ਅੱਜ ਵੀ ਗਰੀਬ ਦੇ ਗਰੀਬ। ਫਿਰ ਇਹ ਸਵਾਲ ਆਪਣੇ ਆਪ ਨੂੰ ਪੁੱਛਿਓ ਕਿ ਕਿਤੇ ਗਲਤੀ ਤਾਂ ਨਹੀਂ ਸੀ ਕੀਤੀ। ਫਿਰ ਤੁਸੀਂ ਦੁਬਾਰਾ ਉਸੇ ਹੀ ਕਰੋੜਪਤੀ ਨੂੰ, ਉਸੇ ਹੀ ਅਰਬਪਤੀ ਨੂੰ ਵੋਟ ਕਿਉਂ ਪਾਵੋ? ਇੱਕ ਗਰੀਬ ਬੰਦਾ ਮੁੜ ਉਹਨੂੰ ਇਹ ਕਿਉਂ ਚੁਣੇ ਜਦੋਂ ਤੁਸੀਂ ਉੱਥੇ ਦੀ ਉੱਥੇ ਜਿੱਥੇ 10 ਸਾਲ 15 ਸਾਲ ਪਹਿਲਾਂ ਸੀ? ਹੋ ਸਕਦਾ ਸਥਿਤੀ ਉਹਦੇ ਤੋਂ ਵੀ ਮਾੜੀ ਹੋ ਗਈ ਹੋਵੇ, ਪਰ ਉਹ ਤੁਹਾਡੇ ਸਾਹਮਣੇ ਅੱਜ ਅਮੀਰ ਹੋਇਆ ਖੜਾ ਹੈ। ਫਿਰ ਮੈਂ ਇੱਕ ਹੋਰ ਇਹ ਵੀ ਗੱਲ ਸੋਚਦਾ ਕਿ ਹੋ ਸਕਦਾ ਹੈ ਕੁਝ ਲੋਕਾਂ ਨੇ ਸਵਾਲ ਕੀਤੇ ਹੋਣ, ਪਰ ਉਹ ਆ ਚੋਣ ਪ੍ਰਚਾਰ ਦੇ ਦੌਰਾਨ ਤੁਹਾਡੀਆਂ ਬਰੂਹਾਂ ਤੇ ਆਏ ਹੋਣ। ਹੋ ਸਕਦਾ ਤੁਹਾਡੇ ਸਵਾਲਾਂ ਦਾ ਤੁਹਾਨੂੰ ਜਵਾਬ ਨਾ ਮਿਲਿਆ ਹੋਵੇ, ਪਰ ਅਸਲ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਹੀ ਹੈ। ਜਿਹਨੇ ਚੋਣ ਪ੍ਰਚਾਰ ਦੌਰਾਨ ਵੀ ਤੁਹਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ, ਉਹਨੇ ਜਿੱਤਣ ਤੋਂ ਬਾਅਦ ਵੀ ਨਹੀਂ ਦੇਣਾ। ਹੁਣ ਤੁਸੀਂ ਆਪਣੇ ਆਪ ਨੂੰ ਇੱਕ ਹੋਰ ਸਵਾਲ ਕਰਿਓ। ਸਵਾਲ ਇਹ ਕਰਿਓ ਕਿ ਬੀਤੇ 70 ਸਾਲਾਂ ਤੋਂ ਜਾਂ 7 ਦਹਾਕਿਆਂ ਤੋਂ ਕੀ ਤੁਸੀਂ ਨਹੀਂ ਸੁਧਰ ਸਕੇ, ਜਾਂ ਚੋਣਾਂ ਦੇ ਵਿੱਚ ਸੁਧਾਰ ਨਹੀਂ ਹੋ ਸਕਿਆ, ਜਾਂ ਲੀਡਰ ਨਹੀਂ ਸੁਧਾਰੇ ਜਾ ਸਕੇ? ਇੱਕ ਆਪਣੇ ਆਪ ਨੂੰ ਇਹ ਵੀ ਸਵਾਲ ਕਰਿਓ ਕਿ ਜੇਕਰ ਤੁਸੀਂ ਕਿਸੇ ਸਰਕਾਰ ਨੂੰ ਇੱਕ ਵਾਰੀ ਮੌਕਾ ਦਿੱਤਾ, ਜਾਂ ਕਿਸੇ ਪਾਰਟੀ ਨੂੰ ਇੱਕ ਵਾਰੀ ਮੌਕਾ ਦਿੱਤਾ, ਜਾਂ ਕਿਸੇ ਉਮੀਦਵਾਰ ਨੂੰ ਇੱਕ ਵਾਰੀ ਮੌਕਾ ਦਿੱਤਾ, ਉਹ ਤੁਹਾਡੇ ਨਾਲ ਠੱਗੀ ਲਾ ਗਿਆ, ਫਿਰ ਦੁਬਾਰਾ ਮੌਕੇ ਉਹਨੂੰ ਕਿਉਂ ਦਿੱਤੇ? ਜਿਹੜਾ ਇੱਕ ਬੰਦਾ 100 ਪਤੀ ਸੀ ਫਿਰ 1000 ਪਤੀ ਬਣ ਗਿਆ, ਫਿਰ ਲੱਖਪਤੀ ਬਣ ਗਿਆ, ਫਿਰ ਕਰੋੜਪਤੀ ਬਣ ਗਿਆ, ਕਈ ਉਹਨਾਂ 'ਚੋਂ ਅਰਬਪਤੀ ਵੀ ਬਣ ਗਏ, ਪਰ ਤੁਹਾਡੇ ਹਾਲਾਤ ਅੱਜ ਵੀ ਉਸੇ ਤਰ੍ਹਾਂ ਦੇ ਕਿਉਂ ਨੇ? ਜਿਨ੍ਹਾਂ ਲਈ ਇੱਕ 100 ਪਤੀ ਤੋਂ ਵੋਟਾਂ ਲੈਣ ਵਾਸਤੇ ਤੁਹਾਡੀਆਂ ਦਹਲੀਜ਼ ਤੇ ਤੁਹਾਡੀਆਂ ਬਰੂਹਾਂ ਤੇ ਆਉਣਾ ਪਿਆ, ਵੋਟਾਂ ਲੈਣ ਤੋਂ ਬਾਅਦ ਕਰੋੜਪਤੀ ਜਾਂ ਅਰਬਪਤੀ ਬਣ ਗਿਆ, ਮੁੜ ਕੇ ਉਹ ਆਇਆ ਨਹੀਂ, ਤੁਸੀਂ ਗਰੀਬ ਦੇ ਗਰੀਬ। ਇਹ ਆਪਣੇ ਆਪ ਨੂੰ ਸਵਾਲ ਕਰਿਓ ਕਿ ਜੇ ਉਹ ਦੁਬਾਰਾ ਕਦੇ ਆਇਆ ਨਹੀਂ ਸੀ ਤਾਂ ਤੁਸੀਂ ਦੁਬਾਰਾ ਫਿਰ ਉਹਨੂੰ ਜਾਂ ਉਹਦੀ ਪਾਰਟੀ ਨੂੰ ਵੋਟਾਂ ਕਿਉਂ ਪਾਉਂਦੇ ਹੋ? ਫਿਰ ਤੁਹਾਨੂੰ ਛੋਟੇ-ਮੋਟੇ ਲਾਲਚ ਦੇ ਦਿੱਤੇ ਜਾਂਦੇ ਨੇ, ਤੁਸੀਂ ਉਧਰ ਨੂੰ ਉਲੜ ਜਾਂਦੇ ਹੋ। ਮੁਫਤ ਦੇ ਛਣਕਣੇ ਕਿੰਨੀ ਦੇਰ ਵਜਾਵਾਂਗੇ? ਆਪਣੀ ਕਮਾਈ ਵਧਾਉਣੀ ਹੈ ਜਾਂ ਛਣਕਣੇ ਇਹ ਛਣਕਾਉਣੇ ਨੇ? ਉਹ ਤੁਹਾਨੂੰ ਮੁਫਤ 'ਚ ਕੁਝ ਨਹੀਂ ਦਿੰਦੇ। ਮੈਂ ਬੀਤੇ ਦਿਨੀ ਵੀ ਜ਼ਿਕਰ ਕੀਤਾ ਸੀ ਕਿ ਤੁਸੀਂ ਫੋਨ ਖਰੀਦਦੇ ਹੋ ਤਾਂ ਟੈਕਸ, ਚਾਹ ਪੱਤੀ ਲਿਆਉਂਦੇ ਹੋ ਤਾਂ ਟੈਕਸ, ਚੀਨੀ ਲਿਆਉਂਦੇ ਹੋ ਤਾਂ ਟੈਕਸ, ਬਿਜਲੀ ਦਾ ਬਿੱਲ ਭਰਦੇ ਹੋ ਤਾਂ ਟੈਕਸ, ਸਕੂਟਰ ਮੋਟਰਸਾਈਕਲ ਕਾਰ ਟਰੈਕਟਰ ਕੋਈ ਖਰੀਦਿਆ ਤਾਂ ਟੈਕਸ। ਤੁਹਾਡੇ ਕੋਲੋਂ ਟੈਕਸ ਦੇ ਰੂਪ ਦੇ ਵਿੱਚ ਜਿਹੜਾ ਪੈਸਾ ਜਾਂਦਾ ਹੈ, ਉਹਦੀਆਂ ਤਾਂ ਤੁਹਾਨੂੰ ਮੁਫਤ 'ਚ ਕਹਿੰਦੇ ਨੇ ਸਹੂਲਤਾਂ ਦੇ ਦਿੱਤੀਆਂ, ਪੈਸਾ ਤੁਹਾਡਾ ਹੀ ਸੀ। ਤੁਹਾਡੇ ਬੱਚਿਆਂ ਨੂੰ ਕਿਉਂ ਪੱਕੀਆਂ ਨੌਕਰੀਆਂ ਨਹੀਂ ਦੇ ਸਕਦੇ? ਜਾਂ ਤੁਸੀਂ ਜਿਹੜਾ ਖਜ਼ਾਨਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਲੁੱਟ ਰਹੇ ਨੇ ਜਾਂ ਲੁਟਾ ਰਹੇ ਨੇ, ਤੁਸੀਂ ਉਹਦੇ ਨਾਲ ਖੁਸ਼ ਹੋ? ਅਸਲ ਦੇ ਵਿੱਚ ਇਹ ਪੈਸਾ ਤੁਹਾਡਾ ਸਿਆਸਤਦਾਨ ਮੁਫਤ ਵਿੱਚ ਤੁਹਾਨੂੰ ਕੁਝ ਨਹੀਂ ਦਿੰਦਾ। ਸਵਾਲ ਕਰਿਓ ਕਿ ਤੁਸੀਂ ਸੁਧਰੇ ਜਾਂ ਤੁਸੀਂ ਉਹਨਾਂ ਨੂੰ ਸੁਧਾਰ ਨਹੀਂ ਸਕੇ। ਹੁਣ ਸਾਨੂੰ ਕਹਿੰਦੇ ਸ਼ਗਨ ਸਕੀਮ ਹੈ, 51,000 ਰੁਪਏ ਦੇ ਦਿਆਂਗੇ, ਕੋਈ ਕਹਿੰਦਾ 75,000 ਦੇ ਦਿਆਂਗੇ। ਕੀ ਤੁਸੀਂ ਕਦੇ ਉਹਨਾਂ ਨੂੰ ਪੁੱਛਿਆ ਕਿ ਸਾਨੂੰ 25 ਜਾਂ 30,000 ਦੀ ਨੌਕਰੀ ਦੇ ਦਿਓ, ਸਾਡੀ ਧੀ ਜੀ ਨੂੰ ਸ਼ਗਨ ਦੇਣਾ, 30,000 ਦੀ ਨੌਕਰੀ ਦੇ ਦਿਓ? ਉਹ ਸ਼ਗਨ ਆਪਣੇ ਤੇ ਆਪਣੇ ਬੱਚਿਆਂ ਦੇ ਆਪ ਕਰ ਲੂਗੀ। ਲਗਭਗ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਕੁਝ ਯੂਨਿਟ ਬਿਜਲੀ ਦੇ ਮੁਫਤ ਦੇ ਦਿਆਂਗੇ, ਕਹਿ ਦਿਓ ਕਿ ਬਿਜਲੀ ਦਾ ਬਿੱਲ ਭਰ ਦਿਆਂਗੇ, ਸਾਨੂੰ 35-40,000 ਪ੍ਰਤੀ ਮਹੀਨੇ ਦੀ ਨੌਕਰੀ ਦੇ ਦਿਓ। ਬਿੱਲ ਕਿੰਨਾ ਆਉਂਦਾ ਹੋਣਾ? 2,000 4,000, ਪਿੱਛੇ ਤਾਂ ਵੀ 36,000 ਬਾਚੂ, 10,000 ਆਉਂਦਾ ਤਾਂ ਵੀ 30,000 ਬਾਚੂ। ਬਿਜਲੀ ਦਾ ਬਿੱਲ ਭਰਨ ਜੋਗੇ ਕਰੋ, ਮਾਫ ਨਾ ਕਰੋ। ਕੋਈ ਕਹਿੰਦਾ ਆਟਾ ਦੇ ਦਿਆਂਗੇ, ਦਾਲ ਦੇ ਦਿਆਂਗੇ, ਖੰਡ ਦੇ ਦਿਆਂਗੇ, ਕੱਲ ਨੂੰ ਪਤਾ ਨਹੀਂ ਅਚਾਰ ਵੀ ਨਾਲ ਦੇਣ ਲੱਗ ਜਾਣ।
ਤੁਸੀਂ ਕਦੀ ਉਹਨਾਂ ਨੂੰ ਕਿਹਾ ਕਿ ਸਾਨੂੰ ਭਾਈ ਆਟਾ ਦਾਲ ਖੰਡ ਇਹ ਨਹੀਂ ਚਾਹੀਦੀ, ਸਾਨੂੰ ਨੌਕਰੀ ਦੇ ਦਿਓ, ਅਸੀਂ ਖੁਦ ਖਰੀਦ ਲਾਂਗੇ। ਤੁਹਾਨੂੰ ਹੋ ਸਕਦਾ ਹੈ ਗਲੀ ਸੜੀ ਕਣਕ ਦੇ ਦਿੰਦੇ ਹੋਣ, ਤੁਹਾਨੂੰ ਚੌਲ ਦੇ ਦਿੰਦੇ ਹੋਣ, ਪਰ ਤੁਹਾਡਾ ਤਾਂ ਕਦੇ ਕੁਝ ਹੋਰ ਖਾਣ ਨੂੰ ਵੀ ਜੀ ਕਰਦਾ ਹੋਣਾ ਕਿ ਉਸ ਜਿਹੜਾ ਤੁਹਾਨੂੰ ਰਾਸ਼ਨ ਦਿੰਦੇ ਨੇ ਉਹਦੇ 'ਚ ਕਦੇ ਤੁਹਾਨੂੰ ਪਨੀਰ ਪਕੌੜੇ ਮਿਲਦੇ ਨੇ, ਕਦੇ ਪਨੀਰ ਮਿਲਦਾ ਹੈ, ਤੁਹਾਡੇ ਬੱਚੇ ਵੀ ਦੁੱਧ ਦੀ ਝਾਕ ਰੱਖਦੇ ਹੋਣਗੇ, ਕਦੇ ਦੁੱਧ ਮਿਲਦਾ ਹੈ। ਤੁਸੀਂ ਕਹੋ ਕਿ ਨੌਕਰੀ ਦੇ ਦਿਓ, ਅਸੀਂ ਜਿਹੜੀ ਚੀਜ਼ ਨੂੰ ਸਾਡਾ ਦਿਲ ਕਰੂ ਖੁਦ ਖਰੀਦ ਕੇ ਖਾ ਲਵਾਂਗੇ। ਜਾਂ ਭਾਈ ਤੁਸੀਂ ਸਰਕਾਰ ਦੇ ਹੱਥਾਂ ਵੱਲ ਦੇਖਣਾ ਹੈ, ਇਹ ਵੀ ਸਵਾਲ ਕਰਿਓ, ਆਪਣੇ ਆਪ ਨੂੰ ਕਰਿਓ। ਹੁਣ ਕੋਈ ਕਹਿੰਦਾ ਜੀ ਮੈਨੂੰ ਮੰਜੇ ਬੁਣਨੇ ਆਉਂਦੇ ਆ, ਤੁਹਾਡੇ ਵਿੱਚੋਂ ਕਈਆਂ ਦੇ ਮੰਜੇ ਟੁੱਟੇ ਪਏ ਹੋਣਗੇ, ਕਦੀ ਬੁਣਨ ਆਇਆ ਤੁਹਾਡੇ ਘਰ? ਇਹਦੇ ਨਾਲ ਭਲਾ ਪੰਜਾਬ ਦਾ ਕੀ ਵਿਕਾਸ ਹੈ? ਇੱਕ ਬੰਦਾ ਜਿਹੜਾ ਅੱਜ ਤੱਕ ਆਪਣੇ ਆਪ ਨੂੰ ਗਰੀਬ ਦੱਸੀ ਜਾਂਦਾ, ਪੁੱਤਰ ਧੀਆਂ ਉਹਦੇ ਕਰੋੜਾਂ ਦੀਆਂ ਗੱਡੀਆਂ 'ਚ ਘੁੰਮੀ ਜਾਂਦੇ ਨੇ। ਤੁਹਾਨੂੰ ਸੱਚਮੁੱਚ ਬੇਵਕੂਫ ਬਣਾਇਆ ਜਾ ਰਿਹਾ, ਪਰ ਉਹਨਾਂ ਨੂੰ ਪਤਾ ਹੈ ਬਣਦੇ ਨੇ। ਪੰਜਾਬ ਦੇ ਸਰਕਾਰੀ ਸਕੂਲ, ਸਰਕਾਰੀ ਹਸਪਤਾਲ ਖਸਤਾਯੋਗ ਹਾਲਤ 'ਚ ਨੇ। ਤੁਹਾਡੇ ਬੱਚੇ ਉਹਨਾਂ 'ਚ ਜਾਂ ਤਾਂ ਪੜ੍ਹਨ ਨਹੀਂ ਜਾਂਦੇ, ਜੇ ਪੜ੍ਹਨ ਜਾਂਦੇ ਆ ਤਾਂ ਪੜ੍ਹਾਇਆ ਨਹੀਂ ਜਾਂਦਾ। ਸਰਕਾਰੀ ਹਸਪਤਾਲਾਂ ਵਿੱਚ ਜਾਂ ਤਾਂ ਜਾਂਦੇ ਨਹੀਂ, ਜੇ ਜਾਂਦੇ ਹੋ ਤਾਂ ਸਮਝੋ ਮੌਤ ਨੂੰ ਸੱਦਾ ਦੇ ਰਹੇ ਹੋ। ਕੀ ਕਿਸੇ ਨੇ ਇਹ ਤੁਹਾਨੂੰ ਦੱਸਿਆ ਕਿ ਹਸਪਤਾਲ ਤੇ ਸਰਕਾਰੀ ਸਕੂਲ ਤਾਂ ਸੀਗੇ ਤੇ ਇਸ ਸਥਿਤੀ ਵਿੱਚ ਕਿਹਨੇ ਲਿਆਂਦੇ? ਇਹ ਸਵਾਲ ਆਪਣੇ ਆਪ ਨੂੰ ਪੁੱਛਿਓ ਕਿ ਜਦੋਂ ਤੁਹਾਡੇ ਸਾਹਮਣੇ ਇਹ ਪ੍ਰਾਈਵੇਟ ਸਕੂਲ ਖੁੱਲ੍ਹਦੇ ਜਾ ਰਹੇ ਸੀ, ਤੁਸੀਂ ਸਰਕਾਰ ਨੂੰ ਕਦੇ ਜਵਾਬਦੇਹ ਬਣਾਇਆ? ਤੇ ਅੱਜ ਜਿੱਥੇ ਤੁਸੀਂ ਖੜ ਗਏ ਤੁਸੀਂ ਕਹਿੰਦੇ ਸਾਡੇ ਤੋਂ ਫੀਸਾਂ ਨਹੀਂ ਭਰੀਆਂ ਜਾਂਦੀਆਂ, ਇਹਦੇ ਵਾਸਤੇ ਜ਼ਿੰਮੇਵਾਰ ਕੌਣ? ਆਪਣੇ ਆਪ ਨੂੰ ਸਵਾਲ ਕਰਿਓ। ਕੋਈ ਸਿਆਸਤਦਾਨ ਕਹਿੰਦਾ ਜੀ ਮੈਂ ਪੰਜਾਬ ਦੇ ਵਿੱਚ ਖਾਲਿਸਤਾਨ ਬਣਾ ਦਿਆਂਗਾ, ਗਰਮ ਖਿਆਲੀ ਲੋਕ ਉਧਰ ਨੂੰ ਝੁਕ ਜਾਂਦੇ ਨੇ, ਉਧਰ ਨੂੰ ਲਿਫ ਜਾਂਦੇ ਨੇ। ਕਈ ਕਹਿੰਦੇ ਨੇ ਜੀ ਅਸੀਂ ਹਿੰਦੂਤਵਾ ਲਿਆ ਦਿਆਂਗੇ, ਹਿੰਦੁਸਤਾਨ ਬਣਾ ਦਿਆਂਗੇ, ਕਈ ਉਧਰ ਨੂੰ ਉਲਾਰ ਹੋ ਜਾਂਦੇ ਨੇ। ਕੋਈ ਕਹਿੰਦਾ ਜੀ ਮੈਂ ਵੱਡੀਆਂ ਵੱਡੀਆਂ ਮੂਰਤੀਆਂ ਲਾ ਦੂੰ, ਔਰ ਲਾਈ ਵੀ ਜਾਂਦੇ ਨੇ। ਉਹਨਾਂ ਮੂਰਤੀਆਂ ਦੀ ਛਾਵੇਂ ਬਹਿਣਾ ਤੁਸੀਂ? ਕਦੇ ਤੁਸੀਂ ਉਹਨਾਂ ਨੂੰ ਪੁੱਛਿਆ ਜਾਂ ਆਪਣੇ ਆਪ ਨੂੰ ਸਵਾਲ ਕੀਤਾ ਕਿ ਤੁਹਾਡਾ ਬੱਚਾ 2000, 10,000, 20,000 ਰੁਪਏ ਪਿੱਛੇ ਇਲਾਜ ਨਹੀਂ ਕਰਵਾ ਸਕਿਆ, ਜਾਂ ਤੁਹਾਡਾ ਆਪਣਾ ਪਿਆਰਾ ਕੋਈ ਲੱਖ 2 ਲੱਖ ਰੁਪਏ ਪਿੱਛੇ ਜਿਹਦਾ ਇਲਾਜ ਤੁਸੀਂ ਕਰਵਾ ਸਕਦੇ ਸੀ ਇੰਨੇ ਪੈਸਿਆਂ 'ਚ ਕਰਵਾ ਨਹੀਂ ਸਕਿਆ, ਜਾਂ 50,000 1 ਲੱਖ ਰੁਪਏ ਦਾ ਕਰਜ਼ਾ ਹੀ ਸੀ ਉਹ ਖੁਦਕੁਸ਼ੀ ਕਰ ਗਿਆ। ਉਹ ਕਈ ਲੱਖ ਕਰੋੜ ਰੁਪਏ ਦੀਆਂ ਜਿਹੜੀਆਂ ਮੂਰਤੀਆਂ ਬਣਦੀਆਂ ਨੇ, ਕਦੀ ਤੁਸੀਂ ਸਵਾਲ ਕੀਤਾ ਕਿ ਤੁਹਾਡੇ ਪੈਸੇ ਦੀ ਮੂਰਤੀ ਬਣੇ ਜਾਂ ਪਹਿਲਾਂ ਹਸਪਤਾਲ ਬਣੇ? ਹੁਣ ਕਈ ਲੋਕ ਨੇ ਗੋਲਕ ਦਾ ਪੈਸਾ ਵਰਤ ਕੇ ਕਿਸੇ ਨੂੰ ਮੁਆਫੀਆਂ ਦੇਈ ਜਾਂਦੇ ਨੇ। ਕਦੇ ਤੁਸੀਂ ਪੁੱਛਿਆ ਕਿ ਗੋਲਕ 'ਚ ਅਸੀਂ ਪੈਸਾ ਪਾਉਨੇ ਆ ਕਿ ਸੱਚਮੁੱਚ ਉੱਥੇ ਪੈਸਾ ਹੁਣ ਪਾਉਣਾ ਚਾਹੀਦਾ ਹੈ? ਧਰਮ ਦਾ ਰਾਜ ਕੋਈ ਯੁੱਗ ਹੁੰਦਾ ਸੀ, ਪਰ ਕੀ ਅੱਜ ਕਿਸੇ ਧਰਮ ਦਾ ਰਾਜ ਹੈ? ਅੱਜ ਬਹੁਤ ਧਰਮੀ ਹੋ ਗਿਆ ਮੁਲਕ, ਬਹੁਤ ਪਛਾਈ ਹੋ ਗਿਆ, ਬਹੁਤ ਸੱਭਿਆਚਾਰੀ ਰਾਜ ਇਸ ਤਰ੍ਹਾਂ ਦਾ ਉਸਾਰਨਾ ਚਾਹੀਦਾ ਹੈ। ਪਰ ਇਹਨਾਂ ਗੱਲਾਂ ਤੇ ਤੁਸੀਂ ਆਪਣੇ ਆਪ ਨੂੰ ਨਾ ਸਵਾਲ ਕਰਦੇ ਹੋ, ਨਾ ਕਦੇ ਸਿਆਸਤਦਾਨਾਂ ਨੂੰ ਪੁੱਛਦੇ ਹੋ। ਉਹਨਾਂ ਨੂੰ ਲੱਗਦਾ ਕਿ ਅੱਜ ਦਾ ਵੋਟਰ ਬੇਵਕੂਫ ਹੈ, ਇਹਨਾਂ ਨੂੰ ਛਣਕਣਾ ਦੇ ਦਿਓ ਤੇ ਵਜਾਉਂਦੇ ਰਹਿਣ ਨੇ। ਇਹ ਸਿਆਸਤਦਾਨ ਤੁਹਾਡੇ ਸਾਹਮਣੇ ਆਉਣਗੇ, ਇਹ ਤੁਹਾਡੇ ਸਾਹਮਣੇ ਆ ਕੇ ਕਹਿਣਗੇ ਕਿ ਅਸੀਂ ਜੀ ਪੁਲ ਬਣਾਤਾ, ਅਸੀਂ ਸਟੇਡੀਅਮ ਬਣਾਤਾ, ਅਸੀਂ ਸੜਕਾਂ ਬਣਾਤੀਆਂ, ਅਸੀਂ ਹਾਈਵੇ ਬਣਾਤੇ। ਕਦੇ ਤੁਸੀਂ ਪੁੱਛਿਆ ਕਿ ਜਿਹੜਾ ਇਹ ਸਟੇਡੀਅਮ ਬਣਿਆ ਜਾਂ ਜਿਹੜੀ ਸੜਕ ਦੇ ਬਾਬਤ ਤੁਸੀਂ ਜ਼ਿਕਰ ਕਰਦੇ ਹੋ, ਤੁਸੀਂ ਪੱਲਿਓਂ ਬਣਾਏ ਨੇ ਜਾਂ ਸਾਡੇ ਪੈਸੇ ਦਿੱਤੇ ਹੋਏ ਨੇ? ਇਹ ਤੁਹਾਡਾ ਟੈਕਸ ਦਿੱਤਾ ਹੋਇਆ ਹੈ, ਉਹਦੇ ਸਟੇਡੀਅਮ, ਉਹਦੀਆਂ ਸੜਕਾਂ, ਉਹਦੇ ਪੁਲ ਬਣੇ ਨੇ। ਕਿ ਤੁਸੀਂ ਕਦੀ ਪੁੱਛਿਆ ਕਿ ਸਾਡਾ ਵੀ ਕੀ ਕਸੂਰ? ਸਾਡੇ ਪਿੰਡ ਨੂੰ ਅਸੀਂ ਟੁੱਟੀ ਸੜਕ ਤੇ ਆਉਨੇ ਆ, ਸਾਡੀਆਂ ਗੱਡੀਆਂ ਵੀ ਟੁੱਟਦੀਆਂ ਭੱਜਦੀਆਂ ਨੇ, ਫਿਰ ਇਹ ਕਾਹਤੋਂ ਨਹੀਂ ਬਣੀ? ਕਦੀ ਪੁੱਛਿਆ ਕਿ ਅਸੀਂ ਟੈਕਸ ਦਿੰਨੇ ਆ, ਕੋਈ ਸਕੂਟਰ ਖਰੀਦਦੇ ਆ, ਮੋਟਰਸਾਈਕਲ ਜਾਂ ਕੋਈ ਹੋਰ ਮਸ਼ੀਨਰੀ ਖਰੀਦਦੇ ਆ, ਫਿਰ ਅਸੀਂ ਟੋਲ ਟੈਕਸ ਕਿਉਂ ਦਿੰਨੇ ਆ? ਕਦੀ ਪੁੱਛਿਆ ਅਸੀਂ ਟੈਕਸ ਵੀ ਦਈਏ, ਅਸੀਂ ਟੋਲ ਟੈਕਸ ਵੀ ਦਈਏ, ਟੁੱਟੀਆਂ ਗੱਡੀਆਂ ਤੇ ਸੜਕਾਂ ਵੀ ਚਲਾਈਏ? ਕੀ ਕਦੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਟੁੱਟੀ ਸੜਕ ਜਿਹੜੀ ਤੁਹਾਨੂੰ ਨਜ਼ਰ ਆਉਂਦੀ ਹੈ ਉਹਨਾਂ ਨੂੰ ਕਿਉਂ ਨਜ਼ਰ ਨਹੀਂ ਆਉਂਦੀ? ਕੀ ਤੁਸੀਂ ਕਦੀ ਪੁੱਛਿਆ ਕਿ ਤੁਸੀਂ ਸਟੇਡੀਅਮ ਦਾ ਜ਼ਿਕਰ ਕਰਦੇ ਹੋ, ਸਾਡੇ ਪਿੰਡ ਵਿੱਚ ਵੀ ਨੌਜਵਾਨ ਨੇ, ਸਾਡੇ ਪਿੰਡ ਦੇ ਵਿੱਚ ਸਟੇਡੀਅਮ ਕਿਉਂ ਨਹੀਂ? ਪੰਜਾਬ ਦੇ ਅੱਧੇ ਪਿੰਡਾਂ 'ਚ ਸਟੇਡੀਅਮ ਨਹੀਂ ਹੋਣੇ, ਕਿਉਂ ਨਹੀਂ ਬਣ ਸਕੇ? ਜੇ ਬਣਿਆ ਤਾਂ ਪੁੱਛਿਓ ਕਿ ਉਹਦੇ 'ਚੋਂ ਠੇਕੇਦਾਰ ਕਿੰਨਾ ਖਾ ਗਿਆ? ਉਹਦਾ ਹਿਸਾਬ ਕਦੇ ਤੁਸੀਂ ਆਪਣੇ ਆਪ ਤੋਂ ਜਾਂ ਤੁਹਾਡੇ ਉਮੀਦਵਾਰ ਨੇ ਉਹਨਾਂ ਤੋਂ ਕਦੇ ਮੰਗਿਆ? ਪਰ ਲੀਡਰ ਸ਼ਾਇਦ ਉਦੋਂ ਤੱਕ ਨਹੀਂ ਸੁਧਰਦੇ ਜਦੋਂ ਤੱਕ ਇੱਕ ਸਿਆਸਤਦਾਨ ਨੂੰ, ਇੱਕ ਸਿਆਸੀ ਪਾਰਟੀ ਨੂੰ ਇਸ ਗੱਲ ਦਾ ਇਲਮ ਹੈ, ਜਿਹੜਾ ਅੱਜ ਇਸ ਵਕਤ 19 ਤਰੀਕ ਨੂੰ ਜ਼ੋਰ ਸ਼ੋਰ ਨਾਲ ਹੋ ਰਿਹਾ ਹੋਣਾ ਹੈ, ਸ਼ਰਾਬ, ਪੈਸਾ, ਛੋਟੀਆਂ ਮੋਟੀਆਂ ਮੁਫਤ ਦੀਆਂ ਚੀਜ਼ਾਂ, ਜਦੋਂ ਤੱਕ ਅਸੀਂ ਇਹ ਲੈ ਕੇ ਖੁਸ਼ ਹੁੰਦੇ ਰਵਾਂਗੇ,
ਉਦੋਂ तक वो वोटर नूं इस तरह लुभाउंदा रहेगा ते वोटर ललचाउंदा रहेगा। साडा वोटर इत्थों तक गर्क हो गया कि श्रोमणी गुरुद्वारा प्रबंधक कमेटी दीयां चोणां होण, ਉਹਦੇ ਵਿੱਚ ਵੀ कई वारी शराब पी के शराब लैके वोट पाउंदा है। वोटां दे मौसम दे विच असल मुद्दे गायब रहे, पर एक होर वड्डा मुद्दा वो इम्तिहान दा। ਇਹ इम्तिहान है समुच्चे पंजाब दे जिन्ने भी वोटर ने उन्हां दा। इस इम्तिहान दे विच तुसीं पास हुंदे हो जां फेल हुंदे हो, नतीजा 10 मार्च नूं आऊगा। जे तां तुसीं सुधर गए तां इम्तिहान चों पास, जे तुसीं ना सुधरे तां इम्तिहान चों फेल। फिर शिकायतां ना करियो। तुसीं गरीब नूं चुणियो, करोड़पति हराओ। तुसीं परिवारवाद नूं हराओ, कोई नवां आया उहनूं चुणो। क्योंकि कुनबा परस्ती क्यों होवे? क्यों ये राजा महाराजा कोई बाबा बन गया, फिर उहदा पुੱਤ बन गया, तो हुण उहदा पुੱਤ बन गया? की कारण? तुहाडा ते तुहाडे पुੱਤ धी दा कद नंबर लगू? ਜਿਹੜਾ ਤੁਹਾਡੇ ਹੱਕ ਵਿੱਚ ਹਾਂ ਦਾ ਨਾਰਾ ਮਾਰਦਾ ਉਹਨੂੰ ਜਿਤਾਓ, ਜਿਹੜਾ ਤੁਹਾਡੇ ਹੱਕ 'ਚ ਕਦੇ ਬੋਲਿਆ ਹੀ ਨਹੀਂ, ਜਿਹੜਾ ਚੋਣ ਜਿੱਤ ਕੇ ਕਦੇ ਪਾਰਲੀਮੈਂਟ ਜਾਂ ਕਦੇ ਵਿਧਾਨ ਸਭਾ ਵੜਿਆ ਹੀ ਨਹੀਂ, ਉਹਨੂੰ ਕਿਉਂ ਜਿਤਾਇਆ ਜਾਵੇ? ਵੀ ਉਹਨੂੰ ਤਾਂ ਹਰਾਇਆ ਜਾਵੇ। ਜਿਨ੍ਹਾਂ ਨੇ ਤੁਹਾਡੇ ਤੇ ਤੁਹਾਡੇ ਆਪਣਿਆਂ ਤੇ ਝੂਠੇ ਪੁਲਿਸ ਮੁਕੱਦਮੇ ਦਰਜ ਕਰਵਾਏ ਉਹਨੂੰ ਹਰਾਇਆ ਜਾਵੇ। ਜਿਨ੍ਹਾਂ ਨੇ ਤੁਹਾਡੇ ਪਿੰਡ ਦੀ, ਸ਼ਹਿਰ ਦੀ, ਟੋਭੇ ਦੀ, ਛੱਪੜ ਦੀ ਮਿੱਟੀ ਵੇਚ ਕੇ ਖਾ ਲਈ ਉਹਨੂੰ ਹਰਾਇਆ ਜਾਵੇ। ਜਿਹੜੇ ਪੈਸੇ ਲੈ ਕੇ ਬਦਲੀਆਂ ਕਰਵਾਉਂਦੇ ਰਹੇ ਤੇ ਭ੍ਰਿਸ਼ਟਾਚਾਰ ਨੂੰ ਫੈਲਾਉਂਦੇ ਰਹੇ ਉਹਨਾਂ ਨੂੰ ਹਰਾਇਆ ਜਾਵੇ। ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਰਹੇ ਉਹਨਾਂ ਨੂੰ ਹਰਾਇਆ ਜਾਵੇ। ਜਿਹੜੇ ਨਜਾਇਜ਼ ਟਰਾਂਸਪੋਰਟ ਦਾ ਧੰਦਾ ਕਰਦੇ ਨੇ ਉਹਨਾਂ ਨੂੰ ਹਰਾਇਆ ਜਾਵੇ। ਜਿਹੜੇ ਨਜਾਇਜ਼ ਕੇਬਲ ਦਾ ਧੰਦਾ ਕਰਦੇ ਨੇ ਉਹਨਾਂ ਨੂੰ ਹਰਾਇਆ ਜਾਵੇ। ਜਿਹੜੇ ਟਰਾਂਸਫਰ ਮਾਫੀਆ ਚਲਾਉਂਦੇ ਨੇ ਉਹਨਾਂ ਨੂੰ ਹਰਾਇਆ ਜਾਵੇ। ਤੇ ਜਿਹੜੇ ਤੁਹਾਡੇ ਧੀਆਂ ਪੁੱਤਾਂ ਤੇ ਪਾਣੀ ਦੀਆਂ ਬੁਛਾੜਾਂ ਮਰਵਾਉਂਦੇ ਰਹੇ ਉਹਨਾਂ ਨੂੰ ਹਰਾਇਆ ਜਾਵੇ। ਜਿਹੜੇ ਤੁਹਾਡੇ ਤੇ ਡਾਂਗਾ ਭਰਾਉਂਦੇ ਰਹੇ ਉਹਨਾਂ ਨੂੰ ਹਰਾਇਆ ਜਾਵੇ। ਜਿਹੜੇ ਤੁਹਾਡੇ ਨਾਲ ਵਾਅਦੇ ਕਰਕੇ ਮੁੱਕਰੇ ਉਹਨਾਂ ਨੂੰ ਹਰਾਇਆ ਜਾਵੇ। ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਹਰਾਇਆ ਜਾਵੇ। ਜਿਨ੍ਹਾਂ ਨੇ ਤੁਹਾਨੂੰ ਬੇਅਦਬੀਆਂ ਦਾ ਇਨਸਾਫ ਲੈ ਕੇ ਦੇਣਾ ਸੀ ਉਹਨਾਂ ਨੂੰ ਹਰਾਇਆ ਜਾਵੇ। ਜਿਨ੍ਹਾਂ ਨੇ ਤੁਹਾਡੇ ਪੁੱਤਰਾਂ ਨੂੰ ਨਸ਼ੇ ਤੇ ਲਾਇਆ ਉਹਨਾਂ ਨੂੰ ਹਰਾਇਆ ਜਾਵੇ। ਜਿਹੜੇ ਤੁਹਾਡੇ ਬੱਚਿਆਂ ਦਾ ਭਵਿੱਖ ਚੂੰਡ ਖਾ ਗਏ ਉਹਨਾਂ ਨੂੰ ਹਰਾਇਆ ਜਾਵੇ। ਜਿਹੜੇ ਤੁਹਾਡੀ ਕਦੇ ਸਾਰ ਲੈਣ ਨਹੀਂ ਆਏ ਉਹਨਾਂ ਨੂੰ ਹਰਾਇਆ ਜਾਵੇ। ਜਿਹੜੇ ਸੌਹਾਂ ਖਾ ਕੇ ਮੁੱਕਰ ਗਏ ਉਹਨਾਂ ਨੂੰ ਹਰਾਇਆ ਜਾਵੇ। ਤੇ ਜਿਨ੍ਹਾਂ ਨੂੰ ਅੱਜ 700 ਤੋਂ ਵੱਧ ਕਿਸਾਨ ਯਾਦ ਨਹੀਂ ਕਿ ਸ਼ਹੀਦ ਹੋ ਗਏ, ਜਿਹੜੇ ਉਹਨਾਂ ਪਾਰਟੀਆਂ ਨਾਲ ਸਾਂਝ ਕਰਕੇ ਬੈਠੇ ਨੇ ਉਹਨਾਂ ਨੂੰ ਹਰਾਇਆ ਜਾਵੇ। ਫਿਰ ਜਿਤਾਇਆ ਕਿਹਨੂੰ ਜਾਵੇ? ਹੁਣ ਇਹ ਸਵਾਲ ਆਪਣੇ ਆਪ ਨੂੰ ਕਰਿਓ। ਇਹ ਸਵਾਲ ਬਹੁਤ ਲਾਜ਼ਮੀ ਹੈ। ਇਹ ਤੁਹਾਡਾ ਇਮਤਿਹਾਨ ਹੈ। ਜਿਤਾਓ ਉਹਨੂੰ ਜਿਹਦੇ ਤੇ ਕੋਈ ਦੋਸ਼ ਨਹੀਂ, ਜਿਹਦੇ ਤੇ ਕੋਈ ਦਾਗ ਨਹੀਂ, ਜਿਹੜਾ ਇੱਕ ਫੋਨ ਕਾਲ ਦੀ ਤੁਹਾਡੇ ਤੋਂ ਦੂਰੀ ਤੇ ਹੈ। ਜਿਹੋ ਜੇ ਤੁਸੀਂ ਉਹ ਤੁਹਾਡੇ ਵਰਗਾ ਹੈ। ਜਿਹੜਾ ਜਨਤਾ 'ਚ ਰਹਿੰਦਾ ਹੈ, ਜਿਹੜਾ ਜਿੱਤਣ ਤੋਂ ਬਾਅਦ ਕਦੇ ਆਇਆ ਨਹੀਂ ਉਹਨੂੰ ਕਿਉਂ ਜਿਤਾਈਏ? ਜਿਹਨੇ ਤੁਹਾਡੇ ਹੱਕ 'ਚ ਕਦੇ ਹਾਂ ਦਾ ਨਾਰਾ ਮਾਰਿਆ, ਤੁਹਾਡੇ ਨਾਲ ਮੋਢਾ ਜੋੜ ਕੇ ਖੜਿਆ ਉਹਨੂੰ ਜਿਤਾਇਆ ਜਾਵੇ। ਸੋ ਜਿਹਨੇ ਪੰਜਾਬ ਨੂੰ ਪਾਸੇ ਰੱਖ ਕੇ, ਸਾਈਡ ਤੇ ਰੱਖ ਕੇ ਕਿਹਾ ਕਿ ਪਾਰਟੀ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ ਸੀ, ਮੈਂ ਇਸ ਕਰਕੇ ਮੀਟੂ ਵਾਲਾ ਫੈਸਲਾ ਨਹੀਂ ਲੈ ਸਕਿਆ, ਮੈਂ ਇਸ ਕਰਕੇ ਨਜਾਇਜ਼ ਮਾਈਨਿੰਗ ਬੰਦ ਨਹੀਂ ਕਰਵਾ ਸਕਿਆ। ਸਾਰਿਆਂ ਦਾ ਹਿਸਾਬ ਕਿਤਾਬ ਕਰਨ ਦਾ ਇਮਤਿਹਾਨ ਹੈ। ਵੇਖਦੇ ਹਾਂ ਇਹ ਜਿਹੜੇ ਕੁਝ ਕੁ ਸਵਾਲ ਨੇ ਬੀਤੇ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਸਵਾਲ ਤੁਸੀਂ ਕਰਨੇ ਸੀ ਉਮੀਦਵਾਰਾਂ ਨੂੰ, ਪਾਰਟੀਆਂ ਨੂੰ, ਪਾਰਟੀ ਦੇ ਆਗੂਆਂ ਨੂੰ, ਪਰ ਆਹ ਸਵਾਲ ਤੁਸੀਂ ਆਪਣੇ ਆਪ ਨੂੰ ਕਰਕੇ ਫਿਰ ਵੋਟ ਪਾਉਣ ਜਾਇਓ। ਉਮੀਦ ਹੈ ਕਿ ਹਲੂਣਾ ਤੁਹਾਡੇ ਵਾਸਤੇ ਕਾਫੀ ਹੋਵੇਗਾ। ਨਤੀਜੇ ਕੀ ਆਉਣਗੇ 10 ਮਾਰਚ ਨੂੰ ਤੁਹਾਨੂੰ ਦੱਸ ਦਿਆਂਗੇ। ਤੇ ਫਿਰ ਲੋਕ ਫਤਵੇ ਦਾ ਆਪਾਂ ਸਾਰੇ ਰਲ ਮਿਲ ਕੇ ਸਤਿਕਾਰ ਵੀ ਕਰਾਂਗੇ। ਤੇ ਇੱਕ ਬੇਨਤੀ ਹੋਰ, ਅੱਜ 19 ਫਰਵਰੀ 20 ਫਰਵਰੀ ਨੂੰ ਚੋਣ ਹੋ ਜਾਣੀ ਹੈ। ਲੜਨਾ ਨਹੀਂ, ਝਗੜਨਾ ਨਹੀਂ। ਕੋਈ ਕਿਸੇ ਦੇ ਹੱਕ ਵਿੱਚ ਬੋਲਦਾ, ਕਿਸੇ ਦੇ ਵਿਰੋਧ ਵਿੱਚ ਬੋਲਦਾ, ਬੋਲ ਲੈਣ ਦਿਓ। ਕਿਉਂਕਿ ਪਰਚਾ ਮੁਕੱਦਮਾ ਤੁਹਾਨੂੰ ਆਪ ਨਜਿੱਠਣਾ ਪੈਣਾ ਹੈ। ਸੱਟ ਫਿੱਟ ਆਪਣੇ ਤਨ ਤੇ ਝੱਲਣੀ ਪੈਣੀ ਹੈ। ਪੈਸਾ ਧੇਲਾ ਇਲਾਜ ਦਾ ਜੇਬ ਚੋਂ ਲਾਉਣਾ ਪੈਣਾ ਹੈ। ਕਿਸੇ ਨੇ ਤੁਹਾਡੀ ਸਾਰ ਨਾ ਪਹਿਲਾਂ ਕਦੇ ਲਈ ਹੈ ਨਾ ਲੈਣੀ ਹੈ। ਸੋ ਕਿਰਪਾ ਕਰਕੇ ਇਹ ਪ੍ਰੋਗਰਾਮ ਅੱਜ ਅੱਗ ਵਾਂਗੂ ਫੈਲਾ ਦਿਓ। ਇਕੱਲੇ ਫੋਨ ਤੇ ਬੈਠੇ ਲੋਕ ਦੇਖਦੇ ਹੋਣ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਇੱਕ ਵੋਟ ਪਾਉਣ ਤੋਂ ਪਹਿਲਾਂ ਆਹ ਸਵਾਲ ਬਹੁਤ ਲਾਜ਼ਮੀ ਨੇ। ਹੁਣ ਲੀਡਰ ਨੂੰ ਨਹੀਂ, ਕਿਸੇ ਆਗੂ ਨੂੰ ਨਹੀਂ, ਆਪਣੇ ਆਪ ਨੂੰ ਸਵਾਲ ਕਰਨ ਤੋਂ ਬਾਅਦ ਫਿਰ ਚੋਣ ਬੂਥ ਤੱਕ ਜਾਇਓ। ਫਿਰ ਆਪਣੀ ਮਰਜ਼ੀ ਨਾਲ ਸਵਿਚ ਦੱਬ ਕੇ ਆਇਓ ਕਿਹਨੂੰ ਵੋਟ ਪਾਉਣੀ ਹੈ, ਕਿਹਨੂੰ ਨਹੀਂ ਪਾਉਣੀ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਚੋਣ ਦੰਗਲ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇ ਚੰਗਾ ਲੱਗਿਆ ਫਿਰ ਬੇਨਤੀ ਪ੍ਰਵਾਨ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਇਹ ਆਪਣੇ ਪ੍ਰੋਗਰਾਮ ਪੰਜਾਬ ਬੋਲਦਾ ਤੇ ਦਾ ਬੈਨੀਪਾਲ ਸ਼ੋਅ ਨਾਲੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਇਹ ਮੇਰੀ ਦਿਲੀ ਤਮੰਨਾ ਹੈ।
ਸੋ ਇਹਦੇ ਨਾਲ ਹੀ ਜੇਕਰ ਆਪਣੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।